ਮੇਰਾ ਪਤੀ ਵਿਦੇਸ਼ ਵਿੱਚ ਰਹਿੰਦਾ ਸੀ। ਮੈਂ ਤੇ ਮੇਰੀ ਸੱਸ ਘਰ ਵਿੱਚ ਇਕੱਲੀਆਂ ਰਹਿੰਦੀਆਂ ਸੀ। ਮੇਰੀ ਸੱਸ ਵਿਧਵਾ ਸੀ। ਉਹ ਰੋਜ਼ ਸ਼ਾਮ ਨੂੰ ਖਾਣਾ ਬਣਾ ਕੇ ਲੈ ਜਾਂਦੀ ਤੇ ਕਹਿੰਦੀ ਕਿ ਕਿਸੇ ਅਨਾਥ ਨੂੰ ਦੇ ਕੇ ਆਉਂਦੀ ਹਾਂ, ਤੇਰੇ ਸਹੁਰੇ ਨੂੰ ਪੁੰਨ ਲੱਗੇਗਾ। ਇੱਕ ਦਿਨ ਮੇਰੀ ਸੱਸ ਬੇਹੋਸ਼ ਹੋ ਗਈ ਤਾਂ ਉਸਨੂੰ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਕਿਹਾ ਕਿ ਤੇਰੀ ਸੱਸ ਪ੍ਰੈਗਨੈਂਟ ਹੈ। ਮੈਂ ਆਪਣੀ ਸੱਸ ਨੂੰ ਕੁਝ ਨਹੀਂ ਦੱਸਿਆ ਤੇ ਅਗਲੇ ਦਿਨ ਆਪਣੀ ਸੱਸ ਦਾ ਪਿੱਛਾ ਕੀਤਾ ਤਾਂ ਉਹ ਇੱਕ ਪੁਰਾਣੇ ਜਿਹੇ ਘਰ ਵਿੱਚ ਗਈ। ਘਰ ਦਾ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ, ਕਿਉਂਕਿ ਮੇਰੀ ਸੱਸ ਤਾਂ ਮੈਂ ਆਪਣੇ ਮਾਮੇ ਦੇ ਘਰ ਰਹਿੰਦੀ ਸੀ ਤੇ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਮਾਮੂ ਨੇ ਜਿਹੜਾ ਮੈਨੂੰ ਪਹਿਲਾ ਰਿਸ਼ਤਾ ਆਇਆ ਉਸ ਲਈ ਹਾਂ ਕਰ ਦਿੱਤੀ ਤੇ ਮੈਨੂੰ ਆਪਣੇ ਘਰ ਤੋਂ ਵਿਦਾ ਕਰ ਦਿੱਤਾ, ਕਿਉਂਕਿ ਉਹਨਾਂ ਦੀਆਂ ਆਪਣੀਆਂ ਕੁੜੀਆਂ ਵੀ ਵਿਆਹ ਦੇ ਲਾਇਕ ਹੋ ਚੁੱਕੀਆਂ ਸਨ। ਇਸ ਲਈ ਉਹਨਾਂ ਨੇ ਝਟਪਟ ਹੀ ਮੇਰਾ ਵਿਆਹ ਨਿਪਟਾ ਦਿੱਤਾ। ਮੈਂ ਉਹਨਾਂ ਦੀਆਂ ਕੁੜੀਆਂ ਤੋਂ ਜ਼ਿਆਦਾ ਖੂਬਸੂਰਤ ਸੀ, ਇਸ ਲਈ ਮਾਮੀ ਨੂੰ ਇਹ ਡਰ ਸੀ ਕਿ ਮੇਰੇ ਲਈ ਚੰਗਾ ਰਿਸ਼ਤਾ ਨਾ ਆ ਜਾਵੇ। ਇਸੇ ਲਈ ਜਦ ਮੇਰੇ ਲਈ ਅਭਿਜੀਤ ਦਾ ਰਿਸ਼ਤਾ ਆਇਆ ਤਾਂ ਮਾਮੀ ਨੇ ਮਾਮੇ ਦੇ ਕੰਨ ਭਰੇ ਤੇ ਜਲਦੀ ਜਲਦੀ ਇਸ ਤਰ੍ਹਾਂ ਵਿਆਹ ਕੀਤਾ ਮੇਰਾ ਜਿਵੇਂ ਮੈਂ ਘਰ ਤੋਂ ਭੱਜ ਜਾਵਾਂਗੀ। ਪਰ ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਇੰਨਾ ਚੰਗਾ ਪਤੀ ਮਿਲਿਆ। ਮੇਰਾ ਪਤੀ ਜ਼ਿਆਦਾ ਅਮੀਰ ਨਹੀਂ ਸੀ, ਪਰ ਮੇਰਾ ਵਿਆਹ ਹੁੰਦੇ ਹੀ ਸਾਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਗਿਆ ਸੀ। ਮੇਰੇ ਪਤੀ ਨੇ ਵਿਆਹ ਚੰਗੇ ਤਰੀਕੇ ਨਾਲ ਕਰਨ ਲਈ ਕਰਜ਼ਾ ਲੈ ਲਿਆ ਸੀ। ਉਹ ਕਰਜ਼ਾ ਉਤਾਰਨ ਲਈ ਮੇਰੇ ਪਤੀ ਨੂੰ ਹੁਣ ਵਿਦੇਸ਼ ਜਾਣਾ ਪੈਣਾ ਸੀ ਤਾਂ ਕਿ ਉਹ ਕੁਝ ਪੈਸੇ ਜਮ੍ਹਾਂ ਕਰ ਲੈਣ ਤੇ ਕਰਜ਼ਾ ਵੀ ਉਤਰ ਜਾਵੇਗਾ ਤੇ ਚੰਗੇ ਤਰੀਕੇ ਨਾਲ ਗੁਜ਼ਰ ਬਸਰ ਵੀ ਹੋ ਜਾਵੇਗਾ। ਮੇਰੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸਨ ਕਿ ਮੇਰੇ ਪਤੀ ਕਮਾਉਣ ਲਈ ਦੁਬਈ ਚਲੇ ਗਏ। ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ, ਕਿਉਂਕਿ ਮੈਂ ਅਜੇ ਆਪਣੇ ਪਤੀ ਨਾਲ ਬਹੁਤਾ ਸਮਾਂ ਨਹੀਂ ਗੁਜ਼ਾਰਿਆ ਸੀ। ਅਭਿਜੀਤ ਨੇ ਮੈਨੂੰ ਕਿਹਾ ਕਿ ਮੈਂ ਜਲਦੀ ਹੀ ਵਾਪਸ ਆ ਜਾਵਾਂਗਾ। ਪੈਸਿਆਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ। ਮੈਂ ਕਰਜ਼ਾ ਉਤਾਰ ਕੇ ਆਪਣਾ ਘਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ, ਕਿਉਂਕਿ ਹੁਣ ਅਸੀਂ ਕਿਰਾਏ ਦੇ ਮਕਾਨ 'ਤੇ ਰਹਿ ਰਹੇ ਸੀ। ਕੀ ਤੂੰ ਨਹੀਂ ਚਾਹੁੰਦੀ ਕਿ ਆਪਣਾ ਵੀ ਇੱਕ ਘਰ ਹੋਵੇ? ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਭਿਜੀਤ ਨੇ ਮੇਰੀ ਉਦਾਸੀ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਦੇ ਜਾਣ ਦੀ ਖਬਰ ਸੁਣ ਕੇ ਮੈਂ ਕਾਫੀ ਦਿਨਾਂ ਤੋਂ ਉਦਾਸ ਸੀ। ਫਿਰ ਮੈਂ ਸੋਚਿਆ ਕਿ ਉਹ ਠੀਕ ਹੀ ਕਹਿ ਰਹੇ ਹਨ। ਇਸ ਤੋਂ ਬਾਅਦ ਜਦ ਸਾਡੀ ਆਰਥਿਕ ਸਥਿਤੀ ਠੀਕ ਹੋ ਜਾਵੇਗੀ ਤਾਂ ਅਸੀਂ ਇੱਕ ਖੁਸ਼ਹਾਲ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਆਪਣੇ ਪਤੀ ਨੂੰ ਤਾਂ ਮੈਂ ਦੇਸ਼ ਤੋਂ ਬਾਹਰ ਵਿਦਾ ਕਰ ਦਿੱਤਾ ਸੀ, ਪਰ ਹੁਣ ਇਸ ਘਰ ਵਿੱਚ ਮੈਂ ਤੇ ਮੇਰੀ ਸੱਸ ਹੀ ਰਹਿ ਗਈਆਂ। ਇਸ ਥੋੜ੍ਹੇ ਜਿਹੇ ਸਮੇਂ ਵਿੱਚ ਮੇਰੀ ਸੱਸ ਨਾਲ ਵੀ ਜ਼ਿਆਦਾ ਗੱਲ ਨਹੀਂ ਹੋਈ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਕੋਲ ਆਪਣੇ ਪਤੀ ਨਾਲ ਵਕਤ ਗੁਜ਼ਾਰਨ ਦਾ ਸਮਾਂ ਬਹੁਤ ਘੱਟ ਸੀ। ਇਸ ਲਈ ਵਿਆਹ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਮੈਂ ਜ਼ਿਆਦਾ ਆਪਣੇ ਪਤੀ ਨਾਲ ਹੀ ਗੁਜ਼ਾਰਿਆ। ਮੇਰੀ ਸੱਸ ਦੇ ਕੋਲ ਬੈਠਣ ਤੇ ਗੱਲ ਕਰਨ ਦਾ ਤਾਂ ਸਮਾਂ ਹੀ ਨਹੀਂ ਮਿਲਿਆ। ਮੈਂ ਉਹਨਾਂ ਨੂੰ ਰੋਟੀ ਬਣਾ ਕੇ ਦੇ ਦਿੰਦੀ ਤੇ ਉਹ ਚੁੱਪਚਾਪ ਖਾ ਲੈਂਦੇ। ਮੇਰੀ ਸੱਸ ਸਾਰਾ ਦਿਨ ਤੇ ਸਾਰੀ ਰਾਤ ਕੀ ਕਰਦੀ ਰਹਿੰਦੀ ਸੀ, ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਸੀ। ਪਰ ਹੁਣ ਜਦ ਮੇਰੇ ਪਤੀ ਚਲੇ ਗਏ ਸਨ ਤਾਂ ਮੈਂ ਤੇ ਮੇਰੀ ਸੱਸ ਘਰ ਵਿੱਚ ਇਕੱਲੀਆਂ ਸੀ, ਇਸ ਲਈ ਥੋੜ੍ਹੀ ਬਹੁਤ ਗੱਲਬਾਤ ਹੋ ਜਾਂਦੀ ਸੀ। ਪਰ ਮੇਰੀ ਸੱਸ ਕੁਝ ਅਜੀਬ ਜਿਹੀ ਸੀ। ਉਹ ਦੂਜੀਆਂ ਸੱਸਾਂ ਵਾਂਗ ਨਹੀਂ ਸੀ। ਜੇ ਮੈਂ ਕੋਈ ਕੰਮ ਨਾ ਕਰਦੀ ਤਾਂ ਉਹ ਮੈਨੂੰ ਕੁਝ ਨਾ ਕਹਿੰਦੀ, ਸਗੋਂ ਆਪ ਉਹ ਕੰਮ ਕਰ ਲੈਂਦੀ। ਮੈਨੂੰ ਜੇ ਉੱਠਣ 'ਚ ਦੇਰੀ ਹੋ ਜਾਂਦੀ ਤਾਂ ਉਹ ਨਾਸ਼ਤਾ ਵੀ ਆਪ ਹੀ ਬਣਾ ਦਿੰਦੀ ਸੀ। ਮੇਰੇ ਧੋਣ ਵਾਲੇ ਕੱਪੜੇ ਵੀ ਆਪ ਹੀ ਧੋ ਦਿੰਦੀ ਸੀ। ਇਹਨਾਂ ਗੱਲਾਂ ਨਾਲ ਮੈਨੂੰ ਖੁਸ਼ੀ ਨਹੀਂ ਹੁੰਦੀ ਸੀ, ਬਲਕਿ ਗੁੱਸਾ ਆਉਂਦਾ ਸੀ। ਇੱਕ ਦਿਨ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਂਢ ਗੁਆਂਢ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਹਾਡੀ ਬਹੂ ਕੰਮ ਨਹੀਂ ਕਰਦੀ, ਉਸ ਨੂੰ ਕੰਮ ਨਹੀਂ ਕਰਨਾ ਆਉਂਦਾ, ਦਿਨ ਚੜ੍ਹੇ ਤੱਕ ਸੁੱਤੀ ਰਹਿੰਦੀ ਹੈ ਤੇ ਆਪਣੇ ਕੱਪੜੇ ਵੀ ਨਹੀਂ ਧੋ ਸਕਦੀ। ਦੂਜੇ ਸ਼ਬਦਾਂ ਵਿੱਚ ਤਾਂ ਤੁਸੀਂ ਮੈਨੂੰ ਬਦਨਾਮ ਕਰਨਾ ਚਾਹੁੰਦੇ ਹੋ ਆਂਢ ਗੁਆਂਢ 'ਚ। ਮੈਂ ਇੰਨਾ ਹੀ ਕਿਹਾ। ਉਸ ਤੋਂ ਬਾਅਦ ਮੇਰੀ ਸੱਸ ਨੇ ਕਿਸੇ ਕੰਮ ਨੂੰ ਹੱਥ ਨਹੀਂ ਲਗਾਇਆ। ਹੁਣ ਜੇ ਮੇਰੇ ਕੱਪੜੇ ਹਫ਼ਤਾ ਵੀ ਪਏ ਰਹਿੰਦੇ ਤਾਂ ਉਹ ਧੋਂਦੀ ਨਹੀਂ ਸੀ, ਤੇ ਜੇ ਮੈਂ ਦੇਰ ਨਾਲ ਉੱਠਦੀ ਤਾਂ ਉਹ ਚਾਹ ਨਾਸ਼ਤਾ ਵੀ ਨਹੀਂ ਬਣਾਉਂਦੀ ਸੀ, ਸਿਰਫ ਆਪਣੇ ਲਈ ਬਣਾ ਲੈਂਦੀ ਸੀ। ਮੈਨੂੰ ਇਸ ਗੱਲ 'ਤੇ ਵੀ ਹੈਰਾਨੀ ਹੋਈ ਤੇ ਇਸ ਗੱਲ 'ਤੇ ਵੀ ਉਹਨਾਂ ਨੇ ਮੇਰੇ ਨਾਲ ਲੜਾਈ ਨਹੀਂ ਕੀਤੀ ਸੀ ਤੇ ਖਾਮੋਸ਼ੀ ਨਾਲ ਸਾਰੇ ਕੰਮ ਛੱਡ ਦਿੱਤੇ ਸਨ। ਫਿਰ ਕੁਝ ਦਿਨਾਂ ਬਾਅਦ ਅਜੀਬ ਗੱਲ ਹੋਣ ਲੱਗੀ। ਮੈਂ ਜਦ ਵੀ ਖਾਣਾ ਬਣਾਉਂਦੀ ਸੀ ਤਾਂ ਉਹ ਮੈਨੂੰ ਕਹਿ ਦਿੰਦੇ ਕਿ ਇੱਕ ਆਦਮੀ ਦਾ ਖਾਣਾ ਵੱਧ ਬਣਾ ਦਈਂ। ਮੈਂ ਪੁੱਛਿਆ ਕਿ ਘਰ ਵਿੱਚ ਤਾਂ ਆਪਾਂ ਦੋਨੇ ਹੀ ਆ, ਤਾਂ ਫਿਰ 3 ਆਦਮੀਆਂ ਦਾ ਖਾਣਾ ਕਿਉਂ? ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਤੇਰੇ ਸਹੁਰਾ ਸਾਹਿਬ ਜਿਉਂਦੇ ਨਹੀਂ ਹਨ, ਉਹਨਾਂ ਦੇ ਨਾਮ ਦਾ ਖਾਣਾ ਮੈਂ ਕਿਸੇ ਗਰੀਬ ਨੂੰ ਦਾਨ ਕਰ ਦੇਵਾਂਗੀ, ਉਹਨਾਂ ਨੂੰ ਪੁੰਨ ਲੱਗੇਗਾ।
ਆਪਣੀ ਸੱਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ, ਕਿਉਂਕਿ ਅੱਜ ਤੋਂ ਪਹਿਲਾਂ ਉਹਨਾਂ ਨੇ ਕਦੇ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਸੀ। ਜਦ ਤੱਕ ਮੇਰੇ ਪਤੀ ਇੱਥੇ ਸੀ, ਉਹਨਾਂ ਨੇ ਕਦੇ ਵੀ ਮੇਰੇ ਸਸੁਰ ਦੇ ਨਾਮ ਦਾ ਖਾਣਾ ਕਿਸੇ ਗਰੀਬ ਨੂੰ ਨਹੀਂ ਦਿੱਤਾ ਸੀ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਦਿਨ ਦਾ ਖਾਣਾ ਨਹੀਂ ਦਿੰਦੀ ਸੀ, ਸਿਰਫ ਰਾਤ ਦਾ ਹੀ ਖਾਣਾ ਲੈ ਕੇ ਜਾਂਦੇ ਸਨ। ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ, ਪਰ ਮੈਂ ਪੁੱਛਣਾ ਸਹੀ ਨਹੀਂ ਸਮਝਿਆ। ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਉਹ ਪਹਿਲਾਂ ਵੀ ਖਾਣਾ ਦਿੰਦੇ ਰਹੇ ਹੋਣ। ਮੈਂ ਤਾਂ ਆਪਣੇ ਪਤੀ ਵਿੱਚ ਮਗਨ ਸੀ। ਮੈਂ ਤਾਂ ਕਦੇ ਦੇਖਿਆ ਵੀ ਨਹੀਂ ਸੀ ਕਿ ਉਹਨਾਂ ਨੇ ਰਾਤ ਨੂੰ ਕਿਸੇ ਗਰੀਬ ਨੂੰ ਖਾਣਾ ਦਿੱਤਾ ਹੈ ਜਾਂ ਨਹੀਂ, ਪਰ ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਸੀ। ਉਹਨਾਂ ਦੇ ਪਤੀ ਨੂੰ ਗੁਜ਼ਰੇ ਹੋਏ 2 ਸਾਲ ਹੋ ਗਏ ਸਨ ਤੇ ਉਹ ਉਹਨਾਂ ਦੇ ਪੁੰਨ ਲਈ ਕਿਸੇ ਗਰੀਬ ਨੂੰ ਖਾਣਾ ਦੇ ਰਹੀ ਸੀ। ਬਹੁਤ ਘੱਟ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਪਤੀ ਦੀ ਮੁਕਤੀ ਲਈ ਇਹ ਸਭ ਕਰਦੀਆਂ ਹਨ। ਮੈਂ ਅਜਿਹੀਆਂ ਬਹੁਤ ਘੱਟ ਔਰਤਾਂ ਦੇਖੀਆਂ ਸਨ। ਆਪਣੀ ਸੱਸ ਨੂੰ ਦੇਖ ਕੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ। ਉਹ ਇੱਕ ਸਿੱਧੀ ਸਾਦੀ ਜਿਹੀ ਔਰਤ ਲੱਗਦੀ ਸੀ, ਜਿਸ ਨੂੰ ਕਿਸੇ ਵੀ ਚੀਜ਼ ਨਾਲ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਉਹਨਾਂ ਦੀ ਇਹ ਦਾਨ ਕਰਨ ਵਾਲੀ ਗੱਲ ਬਹੁਤ ਚੰਗੀ ਲੱਗੀ ਸੀ। ਮੇਰੇ ਦਿਲ ਵਿੱਚ ਉਹਨਾਂ ਦੀ ਇੱਜ਼ਤ ਹੋਰ ਵੀ ਵੱਧ ਗਈ ਸੀ। ਇਸ ਤਰ੍ਹਾਂ ਮੈਨੂੰ ਇਸ ਲਈ ਵੀ ਲੱਗ ਰਿਹਾ ਸੀ ਕਿਉਂਕਿ ਮੇਰਾ ਨਵਾਂ ਵਿਆਹ ਹੋਇਆ ਤੇ ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਸੀ, ਤਾਂ ਮੈਂ ਆਪਣੀ ਸੱਸ ਦਾ ਦਰਦ ਵੀ ਮਹਿਸੂਸ ਕਰ ਰਹੀ ਸੀ। ਮੈਂ ਸੋਚਦੀ ਸੀ ਕਿ ਮੇਰੇ ਪਤੀ ਥੋੜ੍ਹੇ ਸਮੇਂ ਲਈ ਮਜਬੂਰੀ ਵਿੱਚ ਬਾਹਰ ਗਏ ਹਨ ਤਾਂ ਮੇਰਾ ਇਹ ਹਾਲ ਹੈ। ਹਾਲਾਂਕਿ ਮੈਨੂੰ ਉਮੀਦ ਹੈ ਕਿ ਉਹ ਵਾਪਸ ਆ ਜਾਣਗੇ, ਪਰ ਮੇਰੀ ਸੱਸ ਦੇ ਪਤੀ ਤਾਂ ਇਸ ਦੁਨੀਆ ਤੋਂ ਹੀ ਚਲੇ ਗਏ ਸਨ ਤੇ ਉਹਨਾਂ ਨੂੰ ਤਾਂ ਉਮੀਦ ਵੀ ਨਹੀਂ ਸੀ ਕਿ ਉਹ ਕਦੇ ਵਾਪਸ ਆਉਣਗੇ। ਅਜਿਹਾ ਸੋਚਦੇ ਹੀ ਮੇਰਾ ਦਿਲ ਡੁੱਬਣ ਲੱਗਦਾ। ਮੈਨੂੰ ਮੇਰੀ ਸੱਸ ਨਾਲ ਹਮਦਰਦੀ ਹੋਣ ਲੱਗੀ ਸੀ। ਹੁਣ ਹਰ ਉਹ ਔਰਤ ਜਿਹੜੀ ਆਪਣੇ ਪਤੀ ਨੂੰ ਪਿਆਰ ਕਰਦੀ ਸੀ, ਉਹ ਮੈਨੂੰ ਚੰਗੀ ਲੱਗਣ ਲੱਗੀ ਸੀ ਤੇ ਜੋ ਔਰਤਾਂ ਆਪਣੇ ਪਤੀ ਵਿੱਚ ਬਿਨਾਂ ਵਜ੍ਹਾ ਬੁਰਾਈਆਂ ਲੱਭਦੀਆਂ ਰਹਿੰਦੀਆਂ ਸਨ, ਉਹਨਾਂ ਕੋਲ ਬੈਠਣ ਨੂੰ ਵੀ ਮੇਰਾ ਦਿਲ ਨਹੀਂ ਕਰਦਾ ਸੀ। ਮੇਰੀ ਸੱਸ ਰੋਜ਼ ਖਾਣਾ ਲੈ ਕੇ ਘਰ ਤੋਂ ਬਾਹਰ ਚਲੀ ਜਾਂਦੀ ਤੇ ਕਾਫੀ ਦੇਰ ਤੱਕ ਬਾਹਰ ਹੀ ਰਹਿੰਦੀ ਸੀ, ਇੱਥੋਂ ਤੱਕ ਕਿ ਮੈਨੂੰ ਨੀਂਦ ਵੀ ਆਉਣ ਲੱਗ ਜਾਂਦੀ ਸੀ। ਪਰ ਮੈਨੂੰ ਜਾਗਣਾ ਪੈਂਦਾ ਸੀ ਕਿਉਂਕਿ ਮੈਨੂੰ ਆਪਣੀ ਸੱਸ ਲਈ ਦਰਵਾਜ਼ਾ ਖੋਲ੍ਹਣਾ ਪੈਂਦਾ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪਰੇਸ਼ਾਨ ਹੋ ਕੇ ਕਿਹਾ ਕਿ ਤੁਸੀਂ ਖਾਣਾ ਦੇਣ ਚਾਹੁੰਦੇ ਹੋ ਤਾਂ ਇੰਨਾ ਟਾਈਮ ਕਿਉਂ ਲਗਾ ਦਿੰਦੇ ਹੋ। ਮੇਰੀ ਸੱਸ ਨੇ ਕਿਹਾ ਕਿ ਮੈਂ ਗਰੀਬ ਨੂੰ ਖਾਣਾ ਦੇਣ ਤੋਂ ਬਾਅਦ ਗੁਆਂਢੀਆਂ ਦੇ ਚਲੀ ਜਾਂਦੀ ਹਾਂ ਤੇ ਉੱਥੇ ਗੱਲਾਂ ਕਰਦੀ ਨੂੰ ਮੈਨੂੰ ਦੇਰ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਤੂੰ ਸੌਂ ਜਾਇਆ ਕਰ, ਮੇਰੀ ਫਿਕਰ ਨਾ ਕਰਿਆ ਕਰ। ਕੱਲ ਤੋਂ ਮੈਂ ਦਰਵਾਜ਼ਾ ਬਾਹਰ ਤੋਂ ਲੌਕ ਕਰ ਜਾਇਆ ਕਰਾਂਗੀ ਤੇ ਚਾਬੀ ਆਪਣੇ ਨਾਲ ਲੈ ਜਾਵਾਂਗੀ। ਸੱਸ ਦੀ ਇਹ ਗੱਲ ਸੁਣ ਕੇ ਮੈਨੂੰ ਸਕੂਨ ਆ ਗਿਆ ਸੀ, ਯਾਨੀ ਕਿ ਮੇਰੀ ਮੁਸ਼ਕਲ ਦਾ ਹੱਲ ਹੋ ਗਿਆ ਸੀ। ਹੁਣ ਮੈਂ ਬੇਫਿਕਰੀ ਨਾਲ ਸੌਂ ਸਕਦੀ ਸੀ ਕਿਉਂਕਿ ਮੇਰੇ ਪਤੀ ਦੀ ਉੱਥੇ ਨਾਈਟ ਡਿਊਟੀ ਸੀ ਤੇ ਉਹ ਮੈਨੂੰ ਸਵੇਰੇ ਹੀ ਫੋਨ ਕਰਦੇ ਸਨ। ਉਹ ਦਿਨ ਵਿੱਚ ਵੀ ਕਈ ਵਾਰੀ ਫੋਨ ਕਰਦੇ ਸਨ। ਮੈਂ ਸੋਚਿਆ ਕਿ ਮੇਰੀ ਸੱਸ ਇਕੱਲੀ ਬੋਰ ਹੁੰਦੀ ਹੋਵੇਗੀ, ਇਸੇ ਲਈ ਉਹ ਰੋਜ਼ ਗੁਆਂਢ ਦੀਆਂ ਔਰਤਾਂ ਦੇ ਘਰ ਜਾ ਕੇ ਆਉਂਦੀ ਹੈ। ਮੈਨੂੰ ਉਹਨਾਂ ਦੇ ਜਾਣ 'ਤੇ ਕੋਈ ਇਤਰਾਜ਼ ਨਹੀਂ ਸੀ। ਨਾ ਮੈਂ ਉਹਨਾਂ ਦੇ ਮਾਮਲੇ ਵਿੱਚ ਕੋਈ ਦਖਲ ਦਿੰਦੀ ਸੀ ਤੇ ਨਾ ਉਹ ਮੇਰੇ ਮਾਮਲੇ ਵਿੱਚ। ਹੁਣ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਣ ਲੱਗੀ ਸੀ ਕਿ ਮੈਨੂੰ ਇੰਨੀ ਚੰਗੀ ਸੱਸ ਮਿਲੀ ਹੈ ਜਿਹੜੀ ਮੈਨੂੰ ਕੁਝ ਨਹੀਂ ਕਹਿੰਦੀ। ਨਹੀਂ ਤਾਂ ਵਿਆਹ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਸਭ ਨੇ ਸੱਸ ਦਾ ਅਜਿਹਾ ਰੂਪ ਬਣਾ ਦਿੱਤਾ ਸੀ ਕਿ ਮੈਨੂੰ ਡਰ ਲੱਗਣ ਲੱਗਿਆ ਸੀ ਕਿ ਪਤਾ ਨਹੀਂ ਮੇਰੀ ਸੱਸ ਕਿਹੋ ਜਿਹੀ ਹੋਵੇਗੀ। ਜ਼ਿੰਦਗੀ ਐਵੇਂ ਹੀ ਚੱਲ ਰਹੀ ਸੀ ਕਿ ਇੱਕ ਦਿਨ ਮੈਨੂੰ ਅਜਿਹੀ ਖਬਰ ਮਿਲੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਤੇ ਮੈਂ ਜਿਹੜੀ ਆਪਣੇ ਦਿਲ ਵਿੱਚ ਆਪਣੀ ਸੱਸ ਦੀਆਂ ਇੰਨੀਆਂ ਤਾਰੀਫਾਂ ਕਰ ਰਹੀ ਸੀ, ਉਹਨਾਂ ਨਾਲ ਮੈਨੂੰ ਇੱਕ ਪਲ ਵਿੱਚ ਹੀ ਨਫ਼ਰਤ ਮਹਿਸੂਸ ਹੋਣ ਲੱਗੀ। ਅਸਲ ਵਿੱਚ ਭੋਲੀ ਭਾਲੀ ਦਿਖਣ ਵਾਲੀ ਮੇਰੀ ਸੱਸ ਅੰਦਰ ਤੋਂ ਇੰਨੀ ਸ਼ਾਤਰ ਤੇ ਚਲਾਕ ਹੋਵੇਗੀ, ਇਹ ਮੈਨੂੰ ਪਤਾ ਹੀ ਨਹੀਂ ਸੀ। ਮੈਂ ਤਾਂ ਉਹਨਾਂ ਨੂੰ ਇੰਨੀ ਮਾਸੂਮ ਸਮਝਦੀ ਸੀ ਕਿ ਉਹ ਪਾਪਾਂ ਤੋਂ ਬਹੁਤ ਹੀ ਦੂਰ ਰਹਿਣ ਵਾਲੀ ਔਰਤ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਅੱਛਾਈ ਦੀ ਚਾਦਰ ਲਪੇਟ ਰੱਖੀ ਹੈ ਤੇ ਜੋ ਹਕੀਕਤ ਹੈ ਉਹ ਉਸ ਤੋਂ ਬਿਲਕੁਲ ਉਲਟ ਸੀ। ਉਹ ਅਜਿਹਾ ਕਿਵੇਂ ਕਰ ਸਕਦੀ ਹੈ? ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹਨਾਂ ਦੀ ਸੱਚਾਈ ਜਾਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਭਲਾ ਮੇਰੀ ਬੁੱਢੀ ਸੱਸ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ? ਪਰ ਜਦ ਮੈਂ ਗੌਰ ਕੀਤਾ ਤਾਂ ਉਹ ਇੰਨੀ ਬੁੱਢੀ ਵੀ ਨਹੀਂ ਸੀ। ਮੇਰੀ ਸੱਸ ਨੇ ਕਿਹਾ ਸੀ ਕਿ ਜਦ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਉਸ ਦੀ ਉਮਰ 14 ਸਾਲ ਦੀ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ, ਉਸ ਸਮੇਂ ਅਜਿਹਾ ਹੀ ਹੁੰਦਾ ਸੀ। ਤੇ ਹੁਣ ਮੇਰੀ ਸੱਸ 40 ਸਾਲ ਤੋਂ ਕੁਝ ਉੱਪਰ ਹੀ ਹੋਵੇਗੀ, ਪਰ ਉਹਨਾਂ ਦੀ ਤਬੀਅਤ ਅਕਸਰ ਹੀ ਖਰਾਬ ਰਹਿੰਦੀ ਸੀ, ਜਿਸ ਦੀ ਵਜ੍ਹਾ ਨਾਲ ਲੱਗਦਾ ਸੀ ਕਿ ਉਹਨਾਂ 'ਤੇ ਬੁਢਾਪਾ ਆ ਗਿਆ ਹੈ। ਪਰ ਮੈਂ ਕੁਝ ਦਿਨਾਂ ਤੋਂ ਇਹ ਵੀ ਦੇਖਿਆ ਸੀ ਕਿ ਉਹਨਾਂ ਦੇ ਚਿਹਰੇ 'ਤੇ ਫਿਰ ਤੋਂ ਰੌਣਕ ਆਉਣ ਲੱਗੀ ਸੀ।
ਇੱਕ ਦਿਨ ਅਚਾਨਕ ਉਹ ਮੇਰੇ ਸਾਹਮਣੇ ਚੱਕਰ ਖਾ ਕੇ ਡਿੱਗ ਪਈ ਤਾਂ ਮੈਂ ਪਰੇਸ਼ਾਨ ਹੋ ਗਈ। ਮੈਂ ਉਹਨਾਂ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹੋਸ਼ ਵਿੱਚ ਆ ਗਈ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਮੇਰਾ ਬੀਪੀ ਲੋ ਹੋ ਗਿਆ ਹੋਵੇਗਾ। ਮੈਂ ਹੁਣ ਠੀਕ ਹਾਂ, ਪਰ ਕੁਝ ਸਮੇਂ ਬਾਅਦ ਉਹ ਫਿਰ ਤੋਂ ਬੇਹੋਸ਼ ਹੋ ਗਈ। ਮੈਂ ਬਹੁਤ ਘਬਰਾ ਗਈ। ਮੈਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਕਿਹਾ ਕਿ ਕੁਝ ਟੈਸਟ ਕਰਨੇ ਪੈਣਗੇ। ਡਾਕਟਰ ਨੇ ਉਹਨਾਂ ਦਾ ਖੂਨ ਦਾ ਸੈਂਪਲ ਲੈ ਕੇ ਕੁਝ ਟੈਸਟ ਕੀਤੇ। ਫਿਰ ਅਸੀਂ ਘਰ ਆ ਗਈਆਂ। ਅਗਲੀ ਸਵੇਰ ਜਦ ਮੈਂ ਰਿਪੋਰਟਾਂ ਲੈਣ ਗਈ ਤਾਂ ਰਿਪੋਰਟ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਸ ਰਿਪੋਰਟ ਦੇ ਮੁਤਾਬਕ ਤਾਂ ਮੇਰੀ ਸੱਸ ਪ੍ਰੈਗਨੈਂਟ ਸੀ। ਇਹ ਦੇਖ ਕੇ ਤਾਂ ਮੇਰਾ ਸਿਰ ਚਕਰਾਉਣ ਲੱਗਿਆ ਕਿ ਇਹ ਕੀ ਹੋ ਗਿਆ ਹੈ। ਮੈਂ ਆਪਣੀ ਸੱਸ ਨੂੰ ਕੁਝ ਨਹੀਂ ਦੱਸਿਆ ਤੇ ਬਦਨਾਮੀ ਦੇ ਡਰ ਤੋਂ ਰਿਪੋਰਟ ਲੁਕੋ ਦਿੱਤੀ। ਮੇਰੀ ਸੱਸ ਦੀ ਤਬੀਅਤ ਖਰਾਬ ਸੀ, ਪਰ ਇਸ ਦੇ ਬਾਵਜੂਦ ਵੀ ਉਹ ਰੋਜ਼ ਖਾਣਾ ਲੈ ਕੇ ਜਾਂਦੀ ਸੀ। ਮੈਨੂੰ ਉਸ 'ਤੇ ਗੁੱਸਾ ਆ ਰਿਹਾ ਸੀ। ਮੈਂ ਸੋਚਿਆ ਕਿ ਕਿਸ ਤਰ੍ਹਾਂ ਦਾ ਡਰਾਮਾ ਕਰ ਰਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇਹ ਔਰਤ ਇੰਨੀ ਗਿਰੀ ਹੋਈ ਨਿਕਲੇਗੀ। ਹੁਣ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਖਾਣਾ ਦੇਣ ਦੇ ਬਹਾਨੇ ਆਪਣੇ ਆਸ਼ਕ ਨੂੰ ਮਿਲਣ ਜਾਂਦੀ ਹੈ। ਯਕੀਨਨ ਖਾਣਾ ਵੀ ਉਸੀ ਨੂੰ ਹੀ ਦਿੰਦੀ ਹੋਵੇਗੀ, ਪਰ ਹੁਣ ਮੈਂ ਸੋਚਣ 'ਤੇ ਮਜਬੂਰ ਹੋ ਗਈ ਸੀ, ਕਿਉਂਕਿ ਗੱਲ ਹੀ ਅਜਿਹੀ ਸੀ। ਮੈਂ ਫੈਸਲਾ ਕੀਤਾ ਕਿ ਮੈਂ ਇਸ ਗੱਲ ਦਾ ਪਤਾ ਲਗਾ ਕੇ ਹੀ ਰਹਾਂਗੀ ਕਿ ਆਖਰ ਮਾਮਲਾ ਕੀ ਹੈ ਤੇ ਮੇਰੀ ਸੱਸ ਰੋਜ਼ ਕਿੱਥੇ ਜਾਂਦੀ ਹੈ। ਮੈਂ ਪਹਿਲਾਂ ਸਾਰੇ ਸਬੂਤ ਇਕੱਠੇ ਕਰਾਂਗੀ, ਉਸ ਤੋਂ ਬਾਅਦ ਹੀ ਆਪਣੇ ਪਤੀ ਨੂੰ ਦੱਸਾਂਗੀ। ਮੇਰੇ ਪਤੀ ਨੂੰ ਵੀ ਪਤਾ ਚੱਲੇ ਕਿ ਉਸ ਦੀ ਮਾਂ ਨੇ ਕੀ ਹਰਕਤ ਕੀਤੀ ਹੈ। ਮੈਂ ਆਪਣੀ ਸੱਸ ਦਾ ਪਿੱਛਾ ਕਰਨ ਦੀ ਠਾਣ ਲਈ ਸੀ। ਮੈਂ ਸੋਚਿਆ ਕਿ ਅੱਜ ਰਾਤ ਜਦ ਉਹ ਖਾਣਾ ਲੈ ਕੇ ਜਾਵੇਗੀ ਤਾਂ ਮੈਂ ਉਸ ਦੇ ਪਿੱਛੇ ਜਾਵਾਂਗੀ, ਪਰ ਫਿਰ ਮੈਨੂੰ ਯਾਦ ਆਇਆ ਕਿ ਉਹ ਤਾਲੇ ਦੀ ਚਾਬੀ ਤਾਂ ਆਪਣੇ ਨਾਲ ਲੈ ਕੇ ਜਾਂਦੀ ਸੀ ਤੇ ਬਾਹਰ ਤੋਂ ਤਾਲਾ ਲਗਾ ਕੇ ਜਾਂਦੀ ਸੀ। ਮੈਂ ਹੀ ਉਹਨਾਂ ਨੂੰ ਕਿਹਾ ਸੀ, ਕਿਉਂਕਿ ਮੈਨੂੰ ਨੀਂਦ ਜਲਦੀ ਆ ਜਾਂਦੀ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਬਾਹਰ ਤੋਂ ਤਾਲਾ ਨਾ ਲਗਾ ਕੇ ਜਾਇਆ ਕਰੋ। ਮੈਨੂੰ ਡਰ ਲੱਗਦਾ ਹੈ ਜੇ ਘਰ ਵਿੱਚ ਅੱਗ ਵਗੈਰਾ ਲੱਗ ਗਈ ਤਾਂ ਮੈਂ ਕੀ ਕਰਾਂਗੀ? ਮੈਂ ਬਾਹਰ ਕਿਵੇਂ ਆਵਾਂਗੀ? ਮੇਰੀ ਗੱਲ ਸੁਣ ਕੇ ਮੇਰੀ ਸੱਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਮੈਂ ਮਹਿਸੂਸ ਕੀਤਾ ਕਿ ਮੇਰੀ ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਸੀ। ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਜਿਵੇਂ ਹੀ ਮੇਰੀ ਸੱਸ ਖਾਣਾ ਲੈ ਕੇ ਬਾਹਰ ਗਈ ਤਾਂ ਮੈਂ ਆਪਣੀ ਪੁਰਾਣੀ ਚਾਦਰ ਲੈ ਕੇ ਉਹਨਾਂ ਦੇ ਪਿੱਛੇ ਚਲੇ ਗਈ। ਰਾਤ ਦੇ 9 ਵੱਜ ਰਹੇ ਸਨ ਤੇ ਗਲੀ ਸੁੰਨਸਾਨ ਹੋ ਗਈ ਸੀ। ਮੈਂ ਇਸ ਤਰ੍ਹਾਂ ਨਾਲ ਆਪਣੀ ਸੱਸ ਦਾ ਪਿੱਛਾ ਕਰ ਰਹੀ ਸੀ ਕਿ ਉਹਨਾਂ ਨੂੰ ਜ਼ਰਾ ਵੀ ਸ਼ੱਕ ਨਾ ਹੋਵੇ ਕਿ ਉਹਨਾਂ ਦੇ ਪਿੱਛੇ ਕੋਈ ਆ ਰਿਹਾ ਹੈ। ਉਹ ਆਪਣਾ ਮਗਨ ਹੋਈ ਚੱਲੀ ਜਾ ਰਹੀ ਸੀ। ਚੱਲਦੇ ਚੱਲਦੇ ਉਹ ਕਾਫੀ ਦੂਰ ਆ ਗਈ ਸੀ। ਮੈਂ ਹੈਰਾਨ ਸੀ ਕਿ ਇੱਕ ਬਿਮਾਰ ਔਰਤ ਇੰਨੀ ਦੂਰ ਕਿਵੇਂ ਆ ਸਕਦੀ ਹੈ। ਫਿਰ ਉਹ ਇੱਕ ਪੁਰਾਣੇ ਜਿਹੇ ਘਰ ਵਿੱਚ ਚਲੇ ਗਈ, ਜੋ ਕਿ ਬਹੁਤ ਹੀ ਟੁੱਟਿਆ ਫੁੱਟਿਆ ਸੀ। ਮੈਨੂੰ ਡਰ ਸੀ ਕਿ ਉਹ ਅੰਦਰ ਜਾਂਦੇ ਹੀ ਕਿਤੇ ਦਰਵਾਜ਼ਾ ਨਾ ਬੰਦ ਕਰ ਲੈਣ, ਪਰ ਜਦ ਮੈਂ ਦੇਖਿਆ ਦਰਵਾਜ਼ੇ ਵਿੱਚ ਤਾਂ ਕੋਈ ਕੁੰਡੀ ਹੀ ਨਹੀਂ ਸੀ। ਮੈਂ ਦੱਬੇ ਪੈਰੀ ਉਸ ਘਰ ਦੇ ਅੰਦਰ ਗਈ ਤਾਂ ਮੈਂ ਦੇਖਿਆ ਕਿ ਮੇਰੀ ਸੱਸ ਦੀ ਹਮ ਉਮਰ ਦਾ ਸ਼ਖਸ ਉੱਥੇ ਬੈਠਾ ਸੀ ਤੇ ਮੇਰੀ ਸੱਸ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਉਹ ਨਾ ਸਿਰਫ ਗੱਲਾਂ ਕਰ ਰਹੀ ਸੀ, ਸਗੋਂ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖਿਲਾ ਰਹੀ ਸੀ। ਇਹ ਦ੍ਰਿਸ਼ ਦੇਖ ਕੇ ਤਾਂ ਮੇਰੇ ਉੱਪਰ ਦਾ ਸਾਹ ਉੱਪਰ ਅਤੇ ਥੱਲੇ ਦਾ ਸਾਹ ਥੱਲੇ ਰਹਿ ਗਿਆ। ਮੈਂ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਮਤਲਬ ਮੇਰੀ ਸੱਸ ਮੈਨੂੰ ਰੋਜ਼ ਝੂਠ ਬੋਲ ਕੇ ਜਾਂਦੀ ਸੀ ਕਿ ਉਹ ਗਰੀਬ ਬੱਚੇ ਨੂੰ ਖਾਣਾ ਦੇਣ ਜਾਂਦੀ ਹੈ, ਜਦਕਿ ਉਹ ਕਿਸੇ ਅਣਜਾਣ ਆਦਮੀ ਦੇ ਘਰ ਵਿੱਚ ਆ ਕੇ ਨਾ ਸਿਰਫ ਆਪਣੇ ਹੱਥਾਂ ਨਾਲ ਖਾਣਾ ਖਿਲਾਉਂਦੀ ਹੈ, ਬਲਕਿ ਖੁਸ਼ ਹੋ ਕੇ ਉਸ ਨਾਲ ਗੱਲਾਂ ਵੀ ਕਰ ਰਹੀ ਸੀ ਤੇ ਕਾਫੀ ਵਕਤ ਵੀ ਲਗਾਉਂਦੀ ਹੈ ਤੇ ਮੇਰੇ ਪੁੱਛਣ ਤੇ ਕਹਿ ਦਿੰਦੀ ਸੀ ਕਿ ਮੈਂ ਗੁਆਂਢ ਦੀਆਂ ਔਰਤਾਂ ਕੋਲ ਬੈਠੀ ਸੀ। ਮੈਂ ਕਿੰਨੀ ਬੇਵਕੂਫ ਸੀ। ਮੈਂ ਇਹਨਾਂ ਗੱਲਾਂ ਤੇ ਕਦੇ ਧਿਆਨ ਹੀ ਨਹੀਂ ਦਿੱਤਾ, ਪਰ ਗੱਲ ਸਿਰਫ ਖਾਣਾ ਖਿਲਾਉਣ ਤੱਕ ਜਾਂ ਹੱਸ ਕੇ ਗੱਲਾਂ ਕਰਨ ਤੱਕ ਹੀ ਸੀਮਤ ਨਹੀਂ ਸੀ, ਬਲਕਿ ਗੱਲ ਤਾਂ ਇਸ ਤੋਂ ਵੀ ਬਹੁਤ ਅੱਗੇ ਨਿਕਲ ਚੁੱਕੀ ਸੀ। ਮੇਰੀ ਸੱਸ ਤਾਂ ਪ੍ਰੈਗਨੈਂਟ ਹੋ ਗਈ ਸੀ। ਹੁਣ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਇਹੀ ਉਹ ਸ਼ਖਸ ਹੈ ਜਿਸ ਦੇ ਨਾਲ ਮੇਰੀ ਸੱਸ ਦਾ ਚੱਕਰ ਹੈ। ਇਸੀ ਵਜ੍ਹਾ ਨਾਲ ਉਹ ਖਾਣਾ ਦੇਣ ਦੇ ਬਹਾਨੇ ਇੱਥੇ ਆਉਂਦੀ ਸੀ। ਉਹ ਆਦਮੀ ਕੌਣ ਸੀ ਮੈਨੂੰ ਨਹੀਂ ਪਤਾ ਸੀ। ਪਹਿਲਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਅੰਦਰ ਜਾ ਕੇ ਉਹਨਾਂ ਦੋਨਾਂ ਦੇ ਮੂੰਹ ਤੇ ਉਹਨਾਂ ਨੂੰ ਬੁਰਾ ਭਲਾ ਕਹਾਂ। ਫਿਰ ਮੈਨੂੰ ਖਿਆਲ ਆਇਆ ਕਿ ਉਹ ਦੋਨੇ ਮੈਨੂੰ ਕਿਤੇ ਕੋਈ ਨੁਕਸਾਨ ਨਾ ਪਹੁੰਚਾ ਦੇਣ ਤੇ ਪਿੱਛੇ ਮੈਂ ਆਪਣਾ ਘਰ ਵੀ ਖੁੱਲ੍ਹਾ ਛੱਡ ਆਈ ਸੀ। ਮੈਨੂੰ ਡਰ ਸੀ ਕਿ ਕਿਤੇ ਕੋਈ ਚੋਰ ਹੀ ਨਾ ਆ ਜਾਵੇ। ਜਿਵੇਂ ਹੀ ਮੈਨੂੰ ਚੋਰ ਦਾ ਖਿਆਲ ਆਇਆ ਮੈਂ ਤੁਰੰਤ ਵਾਪਸ ਆ ਗਈ, ਕਿਉਂਕਿ ਉੱਥੇ ਮੇਰੇ ਗਹਿਣੇ ਵੀ ਪਏ ਸਨ। ਮੈਂ ਸੋਚ ਲਿਆ ਸੀ ਕਿ ਜਦ ਮੇਰੀ ਸੱਸ ਘਰ ਆਵੇਗੀ ਤਾਂ ਮੈਂ ਉਸ ਨੂੰ ਉਹ ਸਭ ਕੁਝ ਬੋਲ ਦੇਵਾਂਗੀ ਜੋ ਮੇਰੇ ਦਿਲ ਵਿੱਚ ਹੈ। ਉੱਥੇ ਤਾਂ ਮੈਂ ਉਸ ਅਣਜਾਣ ਸ਼ਖਸ ਦੇ ਡਰ ਤੋਂ ਕੁਝ ਨਹੀਂ ਕਿਹਾ ਸੀ, ਪਰ ਘਰ ਤਾਂ ਮੈਂ ਬੋਲ ਸਕਦੀ ਸੀ।
ਜਿਵੇਂ ਹੀ ਮੇਰੀ ਸੱਸ ਵਾਪਸ ਆਈ ਤਾਂ ਮੈਨੂੰ ਜਾਗਦੀ ਨੂੰ ਦੇਖ ਕੇ ਉਹ ਚੌਂਕ ਗਈ ਤੇ ਪੁੱਛਣ ਲੱਗੀ ਕਿ ਤੂੰ ਅਜੇ ਤੱਕ ਸੁੱਤੀ ਨਹੀਂ। ਮੈਂ ਵੀ ਗੁੱਸੇ ਵਿੱਚ ਸੀ ਤੇ ਕਹਿਣ ਲੱਗੀ ਕਿ ਜਿਸ ਔਰਤ ਦੀ ਸੱਸ ਇੰਨੀ ਬਦਕਿਰਦਾਰ ਹੋ ਸਕਦੀ ਹੈ ਉਸ ਨੂੰ ਨੀਂਦ ਕਿੱਥੇ ਆਉਂਦੀ ਹੈ। ਮੇਰੀ ਗੱਲ ਸੁਣ ਕੇ ਤਾਂ ਮੇਰੀ ਸੱਸ ਹੈਰਾਨ ਹੋ ਕੇ ਮੈਨੂੰ ਦੇਖਣ ਲੱਗੀ। ਮੈਂ ਕਿਹਾ, ਮੈਨੂੰ ਇਸ ਤਰ੍ਹਾਂ ਨਾ ਦੇਖੋ, ਮੈਂ ਤੁਹਾਡੀ ਸਾਰੀ ਸੱਚਾਈ ਜਾਣ ਗਈ ਹਾਂ। ਕੀ ਤੁਸੀਂ ਖਾਣਾ ਦੇਣ ਦੇ ਬਹਾਨੇ ਕਿੱਥੇ ਜਾਂਦੇ ਹੋ ਤੇ ਕਿਸ ਨੂੰ ਮਿਲ ਕੇ ਆਉਂਦੇ ਹੋ ਤੇ ਤੁਹਾਡੀ ਕੁੱਖ ਵਿੱਚ ਕਿਸ ਦਾ ਪਾਪ ਪਲ ਰਿਹਾ ਹੈ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਕੀ ਬੋਲ ਰਹੀ ਹੈ। ਤਾਂ ਮੈਂ ਉਹਨਾਂ ਦੀ ਮੈਡੀਕਲ ਰਿਪੋਰਟ ਉਹਨਾਂ ਦੇ ਅੱਗੇ ਕਰ ਦਿੱਤੀ ਕਿ ਇਹ ਸਭ ਮੈਂ ਬਿਨਾਂ ਵਜ੍ਹਾ ਤੋਂ ਨਹੀਂ ਕਹਿ ਰਹੀ। ਇਹ ਤੁਹਾਡੀ ਮੈਡੀਕਲ ਰਿਪੋਰਟ ਹੈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਪ੍ਰੈਗਨੈਂਟ ਹੋ ਤੇ ਹੁਣ ਮੈਂ ਉਹ ਦੇਖ ਕੇ ਆਈ ਹਾਂ ਕਿ ਤੁਸੀਂ ਕਿਸ ਦਾ ਪਾਪ ਲਈ ਫਿਰ ਰਹੇ ਹੋ। ਮੇਰੀ ਸੱਸ ਨੇ ਉਹ ਰਿਪੋਰਟ ਚੁੱਕੀ ਤੇ ਉਸ ਨੂੰ ਪੜ੍ਹਨ ਲੱਗੀ ਤੇ ਕਹਿਣ ਲੱਗੀ ਕਿ ਇਹ ਰਿਪੋਰਟ ਗਲਤ ਹੈ। ਮੈਂ ਕਿਹਾ, ਜੇ ਰਿਪੋਰਟ ਗਲਤ ਹੈ ਮੈਂ ਯਕੀਨ ਵੀ ਕਰ ਲੈਂਦੀ, ਪਰ ਉਹ ਆਦਮੀ ਕੌਣ ਹੈ ਜਿਸ ਨਾਲ ਤੁਸੀਂ ਇੰਨੀ ਰਾਤ ਤੱਕ ਬੈਠ ਕੇ ਗੱਲਾਂ ਕਰਦੇ ਹੋ। ਆਪਣੇ ਪਤੀ ਲਈ ਪੁੰਨ ਦਾ ਕੰਮ ਕਰਨ ਦੇ ਨਾਮ 'ਤੇ ਕਿਸੇ ਹੋਰ ਆਦਮੀ ਨਾਲ ਰਹਿੰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ। ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਮੇਰੇ ਪਤੀ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਮੈਂ ਪਤਾ ਨਹੀਂ ਉਹਨਾਂ ਨੂੰ ਕੀ ਕੁਝ ਬੋਲ ਗਈ, ਆਪਣੇ ਦਿਲ ਦੀ ਸਾਰੀ ਭੜਾਸ ਕੱਢ ਲਈ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਗਲਤ ਸਮਝ ਰਹੀ ਹੈ, ਉਹ ਤਾਂ ਮੇਰਾ ਭਾਈ ਹੈ। ਉਸ ਨੂੰ ਕਿਸੇ ਨੇ ਗਲਤ ਡਕੈਤੀ ਕੇਸ ਵਿੱਚ ਫਸਾਇਆ ਸੀ ਜਿਸ ਦੀ ਵਜ੍ਹਾ ਨਾਲ ਉਹ ਪੁਲਿਸ ਤੋਂ ਲੁਕ ਕੇ ਉਸ ਜਗ੍ਹਾ 'ਤੇ ਬੈਠਾ ਹੋਇਆ ਹੈ ਤੇ ਮੈਂ ਉਸ ਨੂੰ ਖਾਣਾ ਦੇਣ ਜਾਂਦੀ ਸੀ। ਮੈਂ ਮਜਬੂਰੀ ਵਿੱਚ ਤੈਨੂੰ ਝੂਠ ਬੋਲਿਆ ਸੀ ਕਿ ਤੂੰ ਕੀ ਸੋਚੇਂਗੀ ਕਿ ਮੈਂ ਕਿੱਥੇ ਜਾਂਦੀ ਹਾਂ, ਇਸ ਲਈ ਮੈਂ ਪੁੰਨ ਦਾ ਕੰਮ ਕਰਨ ਵਾਲੀ ਗੱਲ ਕਹੀ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਇੰਨਾ ਝੂਠ ਨਾ ਬੋਲੋ, ਇਹ ਰਿਪੋਰਟ ਬਿਲਕੁਲ ਸੱਚੀ ਹੈ ਤੇ ਉਹ ਆਦਮੀ ਤੁਹਾਡਾ ਭਾਈ ਨਹੀਂ ਹੈ। ਵਕਤ ਆਉਣ 'ਤੇ ਜ਼ਮਾਨੇ ਦੇ ਸਾਹਮਣੇ ਹਰ ਕੋਈ ਭਾਈ ਭੈਣ ਬਣ ਜਾਂਦਾ ਹੈ। ਆਪਣੇ ਐਡੇ ਵੱਡੇ ਭਾਈ ਨੂੰ ਕੋਈ ਔਰਤ ਆਪਣੇ ਹੱਥਾਂ ਨਾਲ ਖਾਣਾ ਨਹੀਂ ਖਿਲਾਉਂਦੀ। ਇਸੇ ਤਰ੍ਹਾਂ ਦੀਆਂ ਹਰਕਤਾਂ ਤਾਂ ਔਰਤ ਆਪਣੇ ਆਸ਼ਕ ਨਾਲ ਹੀ ਕਰਦੀ ਹੈ। ਉਹ ਤੁਹਾਡਾ ਭਾਈ ਨਹੀਂ ਹੈ, ਇਹ ਗੱਲ ਤਾਂ ਮੈਨੂੰ ਪਤਾ ਹੈ। ਇੰਨੀ ਮੂਰਖ ਨਹੀਂ ਹਾਂ ਕਿ ਮੈਨੂੰ ਪਤਾ ਨਾ ਚੱਲੇ। ਮੈਂ ਆਪਣੀ ਹੀ ਧੁਨ ਵਿੱਚ ਪਤਾ ਨਹੀਂ ਕੀ ਬੋਲ ਰਹੀ ਸੀ। ਐਨੇ ਨੂੰ ਮੇਰੇ ਫ਼ੋਨ ਦੀ ਘੰਟੀ ਵੱਜੀ ਤੇ ਇਸ ਫ਼ੋਨ ਨੂੰ ਸੁਣ ਕੇ ਤਾਂ ਮੇਰੇ ਸਿਰ 'ਤੇ ਜਿਵੇਂ ਅਸਮਾਨ ਹੀ ਡਿੱਗ ਗਿਆ ਹੋਵੇ ਤੇ ਮੈਂ ਹੈਰਾਨੀ ਨਾਲ ਆਪਣੀ ਸੱਸ ਨੂੰ ਦੇਖਿਆ। ਮੇਰੇ ਹੱਥ ਤੋਂ ਫ਼ੋਨ ਛੁੱਟ ਕੇ ਥੱਲੇ ਡਿੱਗ ਪਿਆ ਸੀ। ਮੇਰੀ ਸੱਸ ਨੇ ਮੈਨੂੰ ਹੈਰਾਨੀ ਨਾਲ ਪੁੱਛਿਆ ਕਿ ਕੀ ਹੋਇਆ, ਕਿਸ ਦਾ ਫ਼ੋਨ ਸੀ, ਮੇਰਾ ਬੇਟਾ ਤਾਂ ਠੀਕ ਹੈ ਨਾ, ਤੂੰ ਕੁਝ ਬੋਲਦੀ ਕਿਉਂ ਨਹੀਂ। ਮੈਂ ਆਪਣੀ ਸੱਸ ਨੂੰ ਕੁਝ ਨਹੀਂ ਕਿਹਾ ਤੇ ਆਪਣੇ ਕਮਰੇ ਵਿੱਚ ਆ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਉੱਚੀ-ਉੱਚੀ ਰੋਣ ਲੱਗੀ। ਮੇਰੀ ਸੱਸ ਦਰਵਾਜ਼ਾ ਖੜਕਾ ਰਹੀ ਸੀ ਤੇ ਮੈਨੂੰ ਪੁੱਛ ਰਹੀ ਸੀ ਕਿ ਫ਼ੋਨ ਕਿਸ ਦਾ ਸੀ ਤੇ ਤੂੰ ਰੋ ਕਿਉਂ ਰਹੀ ਆਂ। ਯਕੀਨਨ ਉਹ ਪਰੇਸ਼ਾਨ ਸੀ, ਪਰ ਮੈਂ ਉਹਨਾਂ ਨੂੰ ਕੀ ਦੱਸਦੀ ਕਿਉਂਕਿ ਫ਼ੋਨ ਉਸ ਲੈਬ ਤੋਂ ਆਇਆ ਸੀ ਜਿਸ ਲੈਬ ਵਿੱਚ ਮੈਂ ਆਪਣੀ ਸੱਸ ਦੇ ਟੈਸਟ ਕਰਵਾਏ ਸੀ। ਲੈਬ ਵਾਲਾ ਸ਼ਖਸ ਮੈਨੂੰ ਕਹਿ ਰਿਹਾ ਸੀ ਕਿ ਨਾਮ ਇੱਕ ਹੋਣ ਦੀ ਵਜ੍ਹਾ ਨਾਲ ਟੈਸਟ ਰਿਪੋਰਟ ਦੀ ਅਦਲਾ ਬਦਲੀ ਹੋ ਗਈ ਹੈ। ਤੁਹਾਡੀ ਸੱਸ ਦੀ ਰਿਪੋਰਟ ਕਿਸੇ ਹੋਰ ਦੇ ਕੋਲ ਚਲੀ ਗਈ ਹੈ ਤੇ ਕਿਸੇ ਹੋਰ ਦੀ ਰਿਪੋਰਟ ਤੁਹਾਡੀ ਸੱਸ ਦੇ ਕੋਲ ਆ ਗਈ ਹੈ। ਜਿਹੜੀ ਰਿਪੋਰਟ ਤੁਹਾਡੇ ਕੋਲ ਆਈ ਹੈ ਉਹ ਇੱਕ ਨਵੀਂ ਵਿਆਹੀ ਕੁੜੀ ਦੀ ਹੈ ਜਿਹੜੀ ਤੁਹਾਡੀ ਸੱਸ ਦੇ ਨਾਮ ਦੀ ਹੀ ਹੈ ਤੇ ਉਹ ਪ੍ਰੈਗਨੈਂਟ ਹੈ ਤੇ ਤੁਹਾਡੀ ਸੱਸ ਦੀ ਰਿਪੋਰਟ ਮੇਰੇ ਕੋਲ ਹੈ। ਇਸ ਰਿਪੋਰਟ ਦੇ ਮੁਤਾਬਕ ਤੁਹਾਡੀ ਸੱਸ ਨੂੰ ਫੇਫੜਿਆਂ ਦਾ ਕੈਂਸਰ ਹੈ। ਹੁਣ ਮੈਂ ਆਪਣੀ ਸੱਸ ਨੂੰ ਕੀ ਦੱਸਦੀ ਕਿ ਮੈਂ ਜੋ ਇੰਨੀ ਦੇਰ ਤੋਂ ਉਹਨਾਂ ਦੇ ਕਿਰਦਾਰ 'ਤੇ ਉਂਗਲੀ ਉਠਾ ਰਹੀ ਸੀ, ਉਹਨਾਂ ਕੋਲ ਤਾਂ ਵਕਤ ਹੀ ਬਹੁਤ ਘੱਟ ਬਚਿਆ ਸੀ। ਮੈਂ ਕਿਸ ਮੂੰਹ ਨਾਲ ਆਪਣੀ ਸੱਸ ਤੋਂ ਮਾफ़ੀ ਮੰਗਦੀ। ਆਖਿਰ ਮੈਂ ਦਰਵਾਜ਼ਾ ਖੋਲ੍ਹ ਦਿੱਤਾ ਤੇ ਆਪਣੀ ਸੱਸ ਦੇ ਗਲੇ ਲੱਗ ਕੇ ਉੱਚੀ-ਉੱਚੀ ਰੋਣ ਲੱਗੀ। ਮੈਂ ਉਹਨਾਂ ਨੂੰ ਸਾਰੀ ਹਕੀਕਤ ਦੱਸ ਦਿੱਤੀ। ਉਸ ਦਿਨ ਤੋਂ ਬਾਅਦ ਮੇਰੀ ਸੱਸ ਬਹੁਤ ਬਿਮਾਰ ਰਹਿਣ ਲੱਗੀ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਹਰ ਵਕਤ ਮੇਰੇ ਲਈ ਸ਼ਿਕਾਇਤ ਰਹਿੰਦੀ ਸੀ। ਉਹ ਸ਼ਖਸ ਸੱਚਮੁੱਚ ਹੀ ਮੇਰੀ ਸੱਸ ਦਾ ਭਾਈ ਸੀ ਜੋ ਪੁਲਿਸ ਤੋਂ ਲੁਕ ਰਿਹਾ ਸੀ। ਇੱਕ ਛੋਟੀ ਜਿਹੀ ਗਲਤਫਹਿਮੀ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਸੀ। ਮੇਰੀ ਸੱਸ ਕੁਝ ਮਹੀਨੇ ਬਾਅਦ ਹੀ ਇਸ ਦੁਨੀਆ ਤੋਂ ਚਲੇ ਗਈ ਕਿਉਂਕਿ ਉਸ ਨੂੰ ਕੈਂਸਰ ਸੀ, ਪਰ ਮੈਂ ਕਦੇ ਆਪਣੇ ਆਪ ਨੂੰ ਮਾफ़ ਨਹੀਂ ਕਰ ਸਕਾਂਗੀ ਕਿ ਮੈਂ ਉਹਨਾਂ ਨੂੰ ਇੰਨਾ ਕੁਝ ਕਿਹਾ ਸੀ। ਕਾਸ਼ ਮੈਂ ਇੱਕ ਪਲ ਲਈ ਇਹ ਸੋਚ ਲੈਂਦੀ ਕਿ ਰਿਪੋਰਟ ਗਲਤ ਵੀ ਹੋ ਸਕਦੀ ਹੈ। ਮੈਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਤੇ ਅੱਗੇ ਜਾ ਕੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਸੀ, ਪਰ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਦਿੱਤੀ ਸੀ ਤੇ ਸਾਰੀ ਉਮਰ ਮੇਰੇ ਦਿਲ 'ਤੇ ਇਸ ਗਲਤੀ ਦਾ ਬੋਝ ਰਹੇਗਾ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਇਸ ਦੇ ਬਾਰੇ ਜ਼ਰੂਰ ਵਿਚਾਰ ਦਿਓ ਜੀ। ਧੰਨਵਾਦ ਜੀ।